ਹੈਲੋ ਸਟੂਡੈਂਟਸ, ਅੱਜ ਆਪਾਂ ਸਾਇੰਸ ਦੇ ਚੈਪਟਰ ਮੋਸ਼ਨ ਯਾਨੀ ਕਿ ਗਤੀ ਬਾਰੇ ਪੜਾਂਗੇ। ਵੈਸੇ ਤਾਂ ਤੁਸੀਂ ਜਾਣਦੇ ਹੋ ਗਤੀ ਹੁੰਦੀ ਕੀ ਹੈ। ਜਦੋਂ ਕੋਈ ਵਸਤੂ ਮੂਵ ਕਰ ਰਹੀ ਹੈ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਵੀ ਉਹ ਮੋਸ਼ਨ ਦੇ ਵਿੱਚ ਹੈ। ਕਿਸੇ ਵਸਤੂ ਦਾ ਕਿਸੇ ਦੂਜੀ ਵਸਤੂ ਦੇ ਕੰਪੈਰੀਜ਼ਨ ਆਪਣੀ ਇੱਕ ਥਾਂ ਤੋਂ ਦੂਜੀ ਥਾਂ ਤੇ ਪੋਜੀਸ਼ਨ ਦਾ ਚੇਂਜ ਕਰਨਾ ਯਾਨੀ ਕਿ ਥਾਂ ਦਾ ਬਦਲਣਾ ਕੁਝ ਸਮੇਂ ਬਾਅਦ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਵੀ ਉਹ ਵਸਤੂ ਮੋਸ਼ਨ ਦੇ ਵਿੱਚ ਹੈ। ਜਿਵੇਂ ਕੋਈ ਬੱਸ ਇੱਕ ਬੱਸ ਸਟਾਪ ਤੋਂ ਦੂਜੇ ਬੱਸ ਸਟਾਪ ਤੇ ਗਈ ਤਾਂ ਉਹ ਚੱਲ ਕੇ ਗਈ ਤਾਂ ਉਹ ਕੀ ਹੈ ਲੀਨੀਅਰ ਮੋਸ਼ਨ। ਕਿਸੇ ਦਾ ਸਰਕੂਲਰ ਮੋਸ਼ਨ ਵੀ ਹੋ ਸਕਦਾ ਹੈ, ਕੋਈ ਪੀਰੀਓਡਿਕ ਮੋਸ਼ਨ ਵੀ ਹੋ ਸਕਦਾ ਹੈ, ਜਿਵੇਂ ਧਰਤੀ ਦਾ ਸੂਰਜ ਦੇ ਆਲੇ ਦੁਆਲੇ ਘੁੰਮਣਾ ਤਾਂ ਉਹ ਸਮੇਂ ਦੇ ਬਾਅਦ ਆਪਣੀ ਪੋਜੀਸ਼ਨ ਚੇਂਜ ਕਰਦੀ ਰਹਿੰਦੀ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਵੀ ਉਹ ਮੋਸ਼ਨ ਦੇ ਵਿੱਚ ਹੈ। ਤਾਂ ਮੋਸ਼ਨ ਦੋ ਪ੍ਰਕਾਰ ਦਾ ਹੋ ਸਕਦਾ ਹੈ, ਯੂਨੀਫਾਰਮ ਮੋਸ਼ਨ ਐਂਡ ਨॉन ਯੂਨੀਫਾਰਮ ਮੋਸ਼ਨ। ਆਪਾਂ ਕੀ ਕਹਿੰਦੇ ਆ ਚਾਲ, ਜਿਵੇਂ ਆਪਾਂ ਗ੍ਰਾਫ ਤੋਂ ਸਮਝਦੇ ਆ। ਮੰਨ ਲਓ ਕੋਈ ਵਸਤੂ 100 ਮੀਟਰ ਦੀ ਦੂਰੀ ਤੈਅ ਕੀਤੀ 5 ਸੈਕਿੰਡ ਦੇ ਵਿੱਚ। 100 ਮੀਟਰ ਦੀ ਦੂਰੀ ਤੈਅ ਕੀਤੀ 5 ਸੈਕਿੰਡ ਦੇ ਵਿੱਚ ਤਾਂ ਉੱਪਰ ਆ ਗਿਆ ਦੂਰੀ ਯਾਨੀ ਕਿ 100 ਮੀਟਰ, ਨੀਚੇ ਆ ਗਿਆ ਸਮਾਂ ਯਾਨੀ ਕਿ 5 ਸੈਕਿੰਡ। ਯੂਨਿਟਸ ਉਹੀ ਰਹਿਣਗੀਆਂ, ਡਿਸਟੈਂਸ ਦੀ ਯੂਨਿਟਸ ਕਿਲੋਮੀਟਰ ਵੀ ਹੁੰਦੀ ਹੈ, ਮੀਟਰ ਵੀ ਹੁੰਦੀ ਹੈ। ਤਾਂ ਆਪਾਂ ਨੇ ਮੀਟਰ ਚ ਲਿਆ ਹੋਇਆ ਤਾਂ ਆਪਾਂ ਉੱਪਰ ਕੀ ਪਾਤਾ ਮੀਟਰ, ਤੇ ਨੀਚੇ ਟਾਈਮ ਸੈਕਿੰਡ ਚ ਲਿਆ ਹੋਇਆ ਤਾਂ ਕੀ ਪਾਤਾ ਆਪਣੇ ਸੈਕਿੰਡ। ਤਾਂ 100/5 ਤਾਂ ਇਹਨੂੰ ਕੱਟ ਕੇ 20 ਆ ਗਿਆ ਤਾਂ ਉਹਦੀ ਚਾਲ ਕਿੰਨੀ ਸੀ? ਉਹਦੀ ਚਾਲ ਹੈਗੀ ਸੀ 20 ਮੀਟਰ ਪ੍ਰਤੀ ਪਰ ਸੈਕਿੰਡ। ਤਾਂ ਇਸ ਤਰ੍ਹਾਂ ਆਪਾਂ ਚਾਲ ਨੂੰ ਕੱਢਦੇ ਆ ਤੇ ਇਹਦੇ ਰਾਹੀਂ ਪਤਾ ਲੱਗੂਗਾ ਆਪਾਂ ਨੂੰ ਮੋਸ਼ਨ ਕੀ ਸੀ, ਯੂਨੀਫਾਰਮ ਸੀ ਜਾਂ ਨॉन ਯੂਨੀਫਾਰਮ ਸੀ। ਫਿਰ ਆਪਾਂ 200 ਮੀਟਰ, ਉਹਨੇ 200 ਮੀਟਰ ਦੂਰੀ 10 ਸੈਕਿੰਡ ਦੇ ਵਿੱਚ ਤੈਅ ਕੀਤੀ ਤਾਂ 200/10 ਕਿੰਨਾ ਆ ਗਿਆ 20 ਮੀਟਰ ਪਰ ਸੈਕਿੰਡ। ਅੱਗੇ ਉਹਨੇ 300 ਮੀਟਰ ਦੂਰੀ 15 ਸੈਕਿੰਡ ਦੇ ਵਿੱਚ ਤੈਅ ਕੀਤੀ ਯਾਨੀ ਕਿ 300/15 ਕਿੰਨਾ ਆ ਗਿਆ 20 ਮੀਟਰ ਪ੍ਰਤੀ ਸੈਕਿੰਡ। ਤਾਂ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਇਕੁਅਲ ਸਮੇਂ ਦੇ ਵਿੱਚ ਇਕੁਅਲ ਦੂਰੀ ਤੈਅ ਕਰ ਰਿਹਾ ਹੈ ਤਾਂ ਇਹਨੂੰ ਆਪਾਂ ਕੀ ਕਵਾਂਗੇ ਯੂਨੀਫਾਰਮ ਮੋਸ਼ਨ। ਇਹ ਫਾਰਮੂਲਾ ਜ਼ਰੂਰੀ ਹੈ ਦੂਰੀ ਅਪੋਨ ਸਮਾਂ ਚਾਲ ਦਾ, ਇਹ ਯਾਦ ਰੱਖਿਓ। ਇਸੇ ਤਰ੍ਹਾਂ ਆਪਾਂ ਨॉन ਯੂਨੀਫਾਰਮ ਦਾ ਗ੍ਰਾਫ ਦੇਖਦੇ ਹਾਂ। ਇਹਦੇ ਵਿੱਚ ਦੇਖੋ ਉਹਨੇ 5 ਮੀਟਰ ਦੀ ਦੂਰੀ 6 ਸੈਕਿੰਡ ਦੇ ਵਿੱਚ ਤੈਅ ਕੀਤੀ। ਫਿਰ ਅਗਲੀ 10 ਮੀਟਰ ਦੀ ਦੂਰੀ ਕਿੰਨੇ ਸੈਕਿੰਡ ਦੇ ਵਿੱਚ ਤੈਅ ਕੀਤੀ? 10 ਸੈਕਿੰਡ ਦੇ ਵਿੱਚ ਤੈਅ ਕੀਤੀ। ਅਗਲੀ 15 ਮੀਟਰ ਦੀ ਦੂਰੀ ਕਿੰਨੇ ਸੈਕਿੰਡ ਦੇ ਵਿੱਚ ਕੀਤੀ? 12 ਦੇ ਵਿੱਚ। ਤਾਂ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀ ਇੱਥੇ ਸਪੀਡ ਕੁਝ ਹੋਰ ਹੈ, ਇੱਥੇ ਸਪੀਡ ਕੁਝ ਹੋਰ ਹੈ, ਇੱਥੇ ਸਪੀਡ ਕੁਝ ਹੋਰ ਹੈ। ਤਾਂ ਸਪੀਡ ਦਾ ਅਲੱਗ-ਅਲੱਗ ਹੋਣਾ ਕੀ ਹੈ ਯਾਨੀ ਕਿ ਉਹ ਇਕੁਅਲ ਸਮੇਂ ਦੇ ਵਿੱਚ ਇਕੁਅਲ ਦੂਰੀ ਤੈਅ ਨਹੀਂ ਕਰ ਰਿਹਾ, ਤੈਨੂੰ ਆਪਾਂ ਕੀ ਕਵਾਂਗੇ ਨॉन ਯੂਨੀਫਾਰਮ ਮੋਸ਼ਨ। ਜਿਵੇਂ ਆਪਾਂ ਹੁਣ ਆਪਾਂ ਡਿਸਪਲੇਸਮੈਂਟ ਅਤੇ ਡਿਸਟੈਂਸ ਬਾਰੇ ਪੜਾਂਗੇ। ਡਿਸਟੈਂਸ ਦਾ ਹੁੰਦਾ ਹੈ ਜੋ ਐਕਚੁਅਲ ਪਾਥ ਹੈ ਜਿਹੜਾ ਆਪਾਂ ਨੇ ਕਵਰ ਕੀਤਾ ਹੈ, ਪਰ ਡਿਸਪਲੇਸਮੈਂਟ ਹੁੰਦਾ ਹੈ ਸਭ ਤੋਂ ਸ਼ਾਰਟੈਸਟ ਪਾਥ। ਇਨੀਸ਼ੀਅਲ ਟੂ ਫਾਈਨਲ ਪੁਆਇੰਟ ਜਿਹੜੀ ਆਪਾਂ ਲਾਈਨ ਨੂੰ ਮਿਲਾ ਦਾਂਗੇ ਉਹਨੂੰ ਆਪਾਂ ਕੀ ਕਵਾਂਗੇ ਡਿਸਪਲੇਸਮੈਂਟ। ਆਪਾਂ ਐਗਜ਼ਾਮਪਲ ਰਾਹੀਂ ਸਮਝਦੇ ਹਾਂ। ਮੰਨ ਲਓ ਇੱਕ ਰਾਈਟ ਐਂਗਲ ਟ੍ਰਾਇੰਗਲ ਹੈ, ਇਹ ਪਾਥ ਹੈ A B C। ਮੰਨ ਲਓ ਇੱਕ ਕਾਰ ਜਾਂ ਇੱਕ ਆਦਮੀ ਕੋਈ ਵੀ ਵਸਤੂ A ਤੋਂ B ਗਈ, ਪਹਿਲਾਂ ਉਹਨੇ 12 ਕਿਲੋਮੀਟਰ ਡਿਸਟੈਂਸ ਤੈਅ ਕੀਤਾ। ਫਿਰ ਉਹਨੇ B ਤੋਂ C ਕਿੰਨਾ ਕਵਰ ਕੀਤਾ? ਉਹਨੇ 5। ਤਾਂ ਉਹ C ਤੇ ਪਹੁੰਚ ਗਿਆ। ਤਾਂ A ਤੋਂ C ਤੱਕ ਉਹਨੇ ਕਿੰਨੀ ਦੂਰੀ ਤੈਅ ਕੀਤੀ? ਤਾਂ ਆਪਾਂ ਕਵਾਂਗੇ 12 + 5 17 ਕਿਲੋਮੀਟਰ ਉਹਨੇ ਕੀ ਤੈਅ ਕੀਤੀ? ਦੂਰੀ ਤੈਅ ਕੀਤੀ। ਪਰ ਜੇਕਰ ਆਪਾਂ ਗੱਲ ਕਰੀਏ ਡਿਸਪਲੇਸਮੈਂਟ ਦੀ, A ਤੋਂ C ਤੱਕ ਡਿਸਪਲੇਸਮੈਂਟ ਹੈਗੀ ਹੈ 13 ਕਿਲੋਮੀਟਰ, ਕਿਉਂਕਿ ਰਾਈਟ ਐਂਗਲ ਟ੍ਰਾਇੰਗਲ ਹੈ, ਪਾਇਥਾਗੋਰਸ ਥਿਓਰਮ 5 12 13। A ਤੋਂ ਲੈ ਕੇ C ਤੱਕ ਜਿਹੜਾ ਇਹ ਡਿਸਟੈਂਸ ਹੈ, ਇਹ ਇਨੀਸ਼ੀਅਲ ਪੁਆਇੰਟ ਇਹ ਸੀ ਯਾਨੀ ਕਿ ਇੱਥੋਂ ਸਟਾਰਟ ਹੋਇਆ ਸੀ ਤੇ ਇੱਥੇ ਉਹ ਪਹੁੰਚ ਗਿਆ। ਤਾਂ ਜਿਹੜੀ ਇਹ ਦੂਰੀ ਹੈ ਯਾਨੀ ਕਿ ਇਹ ਵਿਸਥਾਪਨ ਹੈ, ਇਹਨੂੰ ਆਪਾਂ ਕੀ ਕਵਾਂਗੇ ਡਿਸਪਲੇਸਮੈਂਟ। ਤਾਂ ਕਿੰਨਾ ਹੈ 13 ਕਿਲੋਮੀਟਰ। ਤਾਂ ਇਹ ਸੀ ਆਪਣੀ ਐਗਜ਼ਾਮਪਲ ਡਿਸਪਲੇਸਮੈਂਟ ਤੇ ਡਿਸਟੈਂਸ ਦੀ। ਤਾਂ ਜਦੋਂ ਕੋਈ ਇਨੀਸ਼ੀਅਲ ਤੇ ਫਾਈਨਲ ਪੁਆਇੰਟ ਦੀ ਗੱਲ ਕੀਤੀ ਜਾਵੇ ਤਾਂ ਆਪਾਂ ਕੀ ਕਵਾਂਗੇ ਵਿਸਥਾਪਨ। ਜੇਕਰ ਸਿਰਫ ਪੁੱਛਿਆ ਹੋਵੇ ਵੀ ਉਹਨੇ ਕਿੰਨਾ ਕਵਰ ਕੀਤਾ ਹੈ ਤਾਂ ਆਪਾਂ ਕੀ ਕਵਾਂਗੇ ਉਹਨੂੰ ਦੂਰੀ। ਜਿਵੇਂ ਇੱਕ ਹੋਰ ਸਰਕੂਲਰ ਮੋਸ਼ਨ, ਕੋਈ A ਤੋਂ ਸਟਾਰਟ ਹੋਇਆ ਸੀ ਵਾਪਸ A ਤੇ ਹੀ ਆ ਗਿਆ ਤਾਂ ਆਪਾਂ ਇੱਥੇ ਡਿਸਪਲੇਸਮੈਂਟ ਦੀ ਗੱਲ ਕਰੀਏ ਤਾਂ 0 ਹੋਈ ਹੈ ਅਤੇ ਡਿਸਟੈਂਸ ਦੀ ਗੱਲ ਕਰੀਏ ਤਾਂ ਉਹ ਹੈਗਾ 2πr। ਜਿੰਨਾ ਸਰਕੂਲਰ ਦਾ
ਪੈਰੀਮੀਟਰ ਹੋਊਗਾ ਉਨੀ ਉਹਨੇ ਦੂਰੀ ਤੈਅ ਕੀਤੀ ਹੈ। ਪਰ ਜੇ ਵਿਸਥਾਪਨ ਦੀ ਗੱਲ ਕਰੀਏ ਤਾਂ ਉਹ 0 ਹੋਇਆ, ਕਿਉਂਕਿ ਉਹ A ਤੋਂ ਸਟਾਰਟ ਹੋਇਆ ਸੀ, ਵਾਪਸ ਕਿਤੇ ਆ ਗਿਆ A ਤੇ ਆ ਗਿਆ। ਤਾਂ ਇਹ ਸੀ ਆਪਣਾ ਡਿਸਟੈਂਸ ਤੇ ਵਿਸਥਾਪਨ ਦੇ ਵਿਚਕਾਰ ਅੰਤਰ। ਅੱਗੇ ਆਪਾਂ ਫਾਰਮੂਲਾ ਆਓ ਸਟੂਡੈਂਟਸ ਹੁਣ ਆਪਾਂ ਨਿਊਮੈਰੀਕਲ ਕਰਦੇ ਹਾਂ। 9ਵੀਂ ਕਲਾਸ ਦਾ ਨਿਊਮੈਰੀਕਲ ਹੈ ਇਹ। ਆਰਾਮ ਇੱਕ ਤਲਾਬ ਯਾਨੀ ਕਿ ਸਵੀਮਿੰਗ ਪੂਲ ਦੇ ਵਿੱਚ ਜੋ ਕਿ 90 ਮੀਟਰ ਦਾ ਹੈ, 90 ਮੀਟਰ ਤੈਰਦਾ ਹੈ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ। ਮੰਨ ਲਓ ਇਹ ਤਲਾਬ ਹੈ ਤਾਂ ਇਹ ਉਹਦਾ ਸ਼ੁਰੂ ਵਾਲਾ ਪੁਆਇੰਟ ਹੈ, ਇਹ ਉਹਦਾ ਐਂਡਲਾ ਪੁਆਇੰਟ ਹੈ। ਤਾਂ ਉਹ ਇੱਥੋਂ ਲੈ ਕੇ ਇੱਥੇ ਤੱਕ ਇਹ 90 ਮੀਟਰ ਹੈ, ਠੀਕ ਹੈ। ਤਾਂ ਉਹ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਂਦਾ ਹੈ 90 ਮੀਟਰ ਸਰਲ ਰੇਖੀ ਪਾਥ ਦੇ ਵਿੱਚ, ਤੇ ਵਾਪਸ ਆਉਂਦਾ ਹੈ ਤੇ ਫਿਰ ਕੀ ਆ ਜਾਂਦਾ ਹੈ, ਇਸੇ ਪੁਆਇੰਟ ਤੇ ਵਾਪਸ ਆ ਜਾਂਦਾ ਹੈ। ਯਾਨੀ ਕਿ A ਤੋਂ B ਗਿਆ, B ਤੋਂ A ਆ ਗਿਆ। ਤਾਂ ਇਸ ਦੇ ਵਿੱਚ ਉਹਨੇ ਕੁੱਲ ਦੂਰੀ ਸੀ ਯਾਨੀ ਕਿ A ਤੋਂ B, B ਤੋਂ A, ਵਾਪਸ A ਆਉਣ ਤੱਕ ਉਹਨੇ 1 ਮਿੰਟ ਲਿਆ। ਉਹਨੇ 1 ਮਿੰਟ ਵਿੱਚ ਇਹ ਦੂਰੀ ਤੈਅ ਕਰ ਲਈ। ਤਾਂ ਆਪਾਂ ਨੇ ਪਤਾ ਕਰਨੀ ਹੈ ਐਵਰੇਜ ਸਪੀਡ ਯਾਨੀ ਕਿ ਔਸਤ ਚਾਲ, ਤੇ ਆਪਾਂ ਨੇ ਇੱਕ ਪਤਾ ਕਰਨੀ ਹੈ ਔਸਤ ਵੇਗ ਯਾਨੀ ਕਿ ਐਵਰੇਜ ਵੈਲੋਸਿਟੀ। ਇਹਦਾ ਫਾਰਮੂਲਾ ਕੀ ਹੁੰਦਾ? ਔਸਤ ਚਾਲ ਦਾ ਫਾਰਮੂਲਾ ਹੁੰਦਾ ਹੈ ਕੁੱਲ ਤੈਅ ਕੀਤੀ ਗਈ ਦੂਰੀ ਡਿਵਾਈਡ ਬਾਈ ਕੁੱਲ ਲੱਗਿਆ ਸਮਾਂ। ਹੁਣ ਇਹਦੇ ਵਿੱਚ ਕੁੱਲ ਦੂਰੀ ਕਿੰਨੀ ਹੋਊਗੀ? 90 ਜਾਣ ਦੇ 90 ਆਣ ਦੇ ਦਾ ਕਿੰਨਾ ਹੋ ਗਿਆ? 180 ਮੀਟਰ। ਯੂਨਿਟ ਜ਼ਰੂਰ ਪਾਣੀ ਨਾਲ ਜਿਹੜੀ ਦਿੱਤੀ ਹੋਈ ਹੈ। ਤੇ ਸਮਾਂ ਕਿੰਨਾ ਲੱਗਿਆ? 1 ਮਿੰਟ। ਸਮਾਂ ਕਿੰਨਾ ਲੱਗਿਆ? 1 ਮਿੰਟ। ਆਪਾਂ ਨੂੰ ਪਤਾ ਹੈ 180 1 ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਹਨ। 1 ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਹਨ। ਤਾਂ 0 ਨਾਲ 60 1 60 60 ਤੀਆ 180। ਤਾਂ ਉਹਨੇ 3 ਮੀਟਰ ਪ੍ਰਤੀ ਸੈਕਿੰਡ ਦੀ ਚਾਲ ਨਾਲ ਇਹ ਦੂਰੀ ਤੈਅ ਕੀਤੀ। ਹੁਣ ਆਪਾਂ ਗੱਲ ਕਰਦੇ ਹਾਂ ਐਵਰੇਜ ਵੈਲੋਸਿਟੀ ਯਾਨੀ ਕਿ ਵਿਸਥਾਪਨ। ਐਵਰੇਜ ਸਪੀਡ ਜਾਂ ਡਿਸਟੈਂਸ ਇੱਕ ਸਕੇਲਰ ਕੁਆਂਟੀਟੀ ਹੈ, ਸਿਰਫ ਇਹਦਾ ਮੈਗਨੀਟਿਊਡ ਹੁੰਦਾ ਹੈ। ਡਿਸਪਲੇਸਮੈਂਟ ਤੇ ਵੈਲੋਸਿਟੀ ਇਹ ਇੱਕ ਵੈਕਟਰ ਕੁਆਂਟੀਟੀ ਹੈ ਜਿਹਦੀ ਡਾਇਰੈਕਸ਼ਨ ਹੁੰਦੀ ਹੈ ਵੀ ਇਸ ਡਾਇਰੈਕਸ਼ਨ ਦੇ ਵਿੱਚ ਕੀ ਹੈ। ਐਵਰੇਜ ਵੈਲੋਸਿਟੀ ਕੁੱਲ ਵਿਸਥਾਪਨ ਡਿਵਾਈਡ ਬਾਈ ਕੁੱਲ ਲੱਗਿਆ ਸਮਾਂ। ਤਾਂ ਡਿਸਪਲੇਸਮੈਂਟ ਕਿੰਨੀ ਹੋਈ ਹੈ? ਉਹ A ਤੋਂ ਗਿਆ ਸੀ, ਵਾਪਸ A ਤੇ ਆਇਆ ਤਾਂ ਉਹਨੂੰ ਕਿੰਨਾ ਵਿਸਥਾਪਨ ਕਰਿਆ? 0। ਤਾਂ ਕਿੰਨਾ ਵਿਸਥਾਪਨ ਕਰਿਆ? 0, ਕਿਉਂਕਿ ਆਪਾਂ ਨੇ ਇਨੀਸ਼ੀਅਲ ਤੇ ਫਾਈਨਲ ਪੁਆਇੰਟ ਦੇਖਣਾ ਹੁੰਦਾ ਹੈ। ਇਨੀਸ਼ੀਅਲ ਪੁਆਇੰਟ ਵੀ ਸੇਮ ਹੈ ਤੇ ਫਾਈਨਲ ਪੁਆਇੰਟ ਵੀ ਸੇਮ ਹੈ। ਸਮਾਂ ਕਿੰਨਾ ਲੱਗਿਆ ਸੀ ਉਹਨੂੰ? 1 ਮਿੰਟ। ਤਾਂ ਉਹਦੀ ਐਵਰੇਜ ਵੈਲੋਸਿਟੀ ਕਿੰਨੀ ਹੈ? 0 ਮੀਟਰ ਪ੍ਰਤੀ ਸੈਕਿੰਡ। 1 ਮਿੰਟ ਨੂੰ ਆਪਾਂ 60 ਚ ਬਦਲ ਲਾਂਗੇ, ਜੇ ਤੁਸੀਂ ਬਦਲਣਾ ਨੀਚੇ 60 ਪਾ ਦੀ 60 ਸੈਕਿੰਡ। ਤਾਂ ਜੇ ਪੁੱਛੇ ਐਵਰੇਜ ਵੈਲੋਸਿਟੀ ਕਿੰਨੀ ਹੈ? 0 ਮੀਟਰ ਪ੍ਰਤੀ ਸੈਕਿੰਡ। ਜੇ ਪੁੱਛੇ ਸਪੀਡ ਕਿੰਨੀ ਹੈ ਉਹਦੀ? 30 ਮੀਟਰ ਪਰ ਸੈਕਿੰਡ। ਇਹ ਸੀ ਤੁਹਾਡਾ ਡਿਸਪਲੇਸਮੈਂਟ ਤੇ ਡਿਸਟੈਂਸ ਦੇ ਵਿਚਕਾਰ ਨਾਲੇ ਅੰਤਰ ਹੋ ਗਿਆ ਨਿਊਮੈਰੀਕਲ ਰਾਹੀਂ, ਤੇ ਨਾਲੇ ਤੁਹਾਨੂੰ ਸਪੀਡ ਤੇ ਵੈਲੋਸਿਟੀ ਬਾਰੇ ਪਤਾ ਲੱਗ ਗਿਆ। ਅਗਲਾ ਨਿਊਮੈਰੀਕਲ ਇਹ 9th ਕਲਾਸ ਦਾ ਨਿਊਮੈਰੀਕਲ ਹੈ, ਠੀਕ ਹੈ। ਕਰਦੇ ਹਾਂ ਜੋ ਕਹਿੰਦੇ ਇੱਕ ਐਥਲੀਟ 200 ਮੀਟਰ ਵਿਆਸ ਵਾਲੇ ਚੱਕਰਾਕਾਰ ਪੱਥ ਦਾ ਇੱਕ ਚੱਕਰਾਕਾਰ ਵਿੱਚ ਐਥਲੀਟ ਦੌੜ ਲਗਾ ਰਿਹਾ ਹੈ ਜਿਹਦਾ ਵਿਆਸ ਕਿੰਨਾ ਹੈ? 200 ਮੀਟਰ। ਜਿਹਦਾ ਵਿਆਸ ਕਿੰਨਾ ਹੈ? 200 ਮੀਟਰ। ਤੇ ਉਹ ਇੱਕ ਚੱਕਰ 40 ਸੈਕਿੰਡ ਦੇ ਵਿੱਚ ਪੂਰਾ ਕਰ ਲੈਂਦਾ ਹੈ। ਇੱਕ ਚੱਕਰ 40 ਸੈਕਿੰਡ ਦੇ ਵਿੱਚ ਪੂਰਾ ਕਰ ਲੈਂਦਾ ਹੈ। ਇਹਦਾ ਪਰਿਮਾਪ ਕੀ ਹੋਊਗਾ? ਪਰਿਮਾਪ ਹੋਊਗਾ ਚੱਕਰ ਦਾ ਪਾਈ ਡੀ, ਤੇ ਪਾਈ ਕਿੰਨਾ ਹੈ? y/7 ਤੇ ਕਿੰਨਾ ਹੈ? 200। यानी कि वो 4407 मीटर एक चक्कर दे विच तय कर लेंदा है। समा लगदा है 40 सैकेंड। तां कहंदे ओह 2 मिनट 20 सैकेंड दे विच कितनी दूरी तय करूगा? पहला आपां इहनूं सैकेंड दे विच बदल लैंदे आ। 2 1 मिनट बराबर है 60 सैकेंड, 2 मिनट बराबर है 120 सैकेंड, 20 एक्स्ट्रा पाए ने तां ओहदा कुल समा कितना हो गया? 140 सैकेंड। तां 140 सैकेंड दे विच कितनी दूरी तय करूगा? 40 ਸੈਕਿੰਡ ਦੇ ਵਿੱਚ ਉਹ ਕਰਦਾ ਹੈ 4400/7। 1 ਸੈਕਿੰਡ ਦੇ ਵਿੱਚ ਕਰੂਗਾ 4400/7 ਡਿਵਾਈਡ ਬਾਈ 40, ਤੇ 140 ਦੇ ਵਿੱਚ ਕਰੂਗਾ ਉਹ 140 ਗੁਣਾ 4400/7 into
40 ਇਹਨੂੰ ਕੱਟ ਦੋ, ਇਹਨੂੰ ਕੱਟ ਕੇ ਦੇਖੋ ਇਹ 20 ਤੇ ਕੱਟ ਜੂਗਾ, 20 ਕਮ 20 20 ਦੁਣਾ 40 2200 ਮੀਟਰ ਉਹ 140 ਸੈਕਿੰਡ ਦੇ ਵਿੱਚ ਕੀ ਕਰ ਲੂਗਾ, ਤੈਅ ਕਰ ਲੂਗਾ। ਤਾਂ ਦੂਰੀ ਆਪਣੇ ਕੱਢ ਲਈ, ਹੁਣ ਰਹਿ ਗਿਆ ਵਿਸਥਾਪਨ। ਵਿਸਥਾਪਨ ਕੱਢਣ ਤੋਂ ਪਹਿਲਾਂ ਆਪਾਂ ਦੇਖਾਂਗੇ ਉਹਦੇ ਚੱਕਰ ਕਿੰਨੇ ਲੱਗ ਗਏ, ਕਿਉਂਕਿ ਵਿਸਥਾਪਨ ਕਿਹਦੇ ਡਿਪੈਂਡ ਕਰਦਾ ਹੈ, ਇਨੀਸ਼ੀਅਲ ਤੇ ਫਾਈਨਲ ਪੁਆਇੰਟ ਦੇ। ਤਾਂ 140 ਹੈਗਾ ਕੁੱਲ ਸਮਾਂ, 140 ਹੈਗਾ ਕੁੱਲ ਸਮਾਂ, ਇੱਕ ਚੱਕਰ ਆ 40 ਸੈਕਿੰਡ ਦੇ ਵਿੱਚ ਪੂਰਾ ਕਰ ਲੈਂਦਾ ਹੈ। ਤਾਂ ਆਪਾਂ ਇਹਨੂੰ ਡਿਵਾਈਡ ਕਰਕੇ ਦੇਖਦੇ ਹਾਂ ਵੀ ਉਹਦੇ ਚੱਕਰ ਕਿੰਨੇ ਹੋਣਗੇ। 2 7 14 2 दूनी 4 7/2 यानी कि 3.5 ਉਹ 140 ਸੈਕਿੰਡ ਦੇ ਵਿੱਚ 140 ਸੈਕਿੰਡ ਦੇ ਵਿੱਚ 3 ਚੱਕਰ ਪੂਰੇ ਤੇ ਇੱਕ ਹਾਫ ਚੱਕਰ, ਯਾਨੀ ਕਿ ਉਹ A ਤੇ ਸੀ, B A ਤੇ ਵਾਪਸ ਆ ਗਿਆ ਇੱਕ ਚੱਕਰ, ਫਿਰ ਵਾਪਸ ਆ ਗਿਆ 2 ਚੱਕਰ, ਫਿਰ ਵਾਪਸ ਆ ਗਿਆ 3 ਚੱਕਰ, ਹੁਣ B ਤੇ ਪਹੁੰਚ ਗਿਆ, ਉਹ ਕਿਤੇ पहुंच गया, B ਤੇ ਹਾਫ ਚੱਕਰ ਹੋ ਗਿਆ ਨਾ। ਤਾਂ ਹਾਫ ਚੱਕਰ ਯਾਨੀ ਕਿ ਉਹ B ਤੇ ਪਹੁੰਚ ਗਿਆ। ਤਾਂ ਇਹਦਾ ਤੁਸੀਂ ਆਪ ਦੇਖੋ, ਇਨੀਸ਼ੀਅਲ ਪੁਆਇੰਟ A ਹੈ, ਫਾਈਨਲ ਪੁਆਇੰਟ B ਹੈ, ਤਾਂ ਉਹਦਾ ਵਿਸਥਾਪਨ ਕਿੰਨਾ ਹੋਇਆ, ਤਾਂ ਉਹਦਾ ਵਿਸਥਾਪਨ ਹੋਇਆ, ਉਹਦਾ ਵਿਸਥਾਪਨ ਹੋ ਜਾਊਗਾ 200 ਮੀਟਰ। ਕਿੰਨਾ ਹੋ ਜਾਊਗਾ, 200 ਮੀਟਰ।